ਜਿਹੜਾ ਹੁਣ ਇਲੈਕਸ਼ਨ ਆ ਰਿਹਾ ਉਹਦੇ ਤੇ ਇਹਨਾਂ ਨੇ ਧਾਰਮਿਕ ਮੁੱਦਾ ਬਣਾਇਆ। ਇਹਨਾਂ ਨੇ ਸਾਰਾ ਹਿੰਦੂ ਭਾਈਚਾਰਾ ਇਕੱਠਾ ਕਰ ਲਿਆ ਕਿ ਅਸੀਂ ਹੈ ਜਿਹੜੇ ਹਿੰਦੂ ਧਰਮ ਦੇ ਰੱਖਿਆਕਾਰ ਹੈਗੇ ਆ ਤੇ ਅਸੀਂ ਜੇ ਜਿੱਤ ਗਏ ਤੇ ਹਿੰਦੁਸਤਾਨ ਨੂੰ ਫਿਰ ਹਿੰਦੂ ਰਾਸ਼ਟਰ ਬਣਾਵਾਂਗੇ। ਜਿਵੇਂ ਪਾਕਿਸਤਾਨ ਹੈ ਉਹ ਇਸਲਾਮਿਕ ਮੁਲਕ ਹੈ, ਉੱਥੇ ਕੋਈ ਵੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਗੈਰ ਮੁਸਲਮਾਨ ਨਹੀਂ ਬਣ ਸਕਦਾ ਹੈਗਾ। ਇਹ ਚਾਹੁੰਦੇ ਹੈ ਕਿ ਇਲੈਕਸ਼ਨ ਜਿੱਤ ਕੇ ਜਿਹੜਾ ਸੰਵਿਧਾਨ ਹੈ ਇਸ ਨੂੰ ਤੋੜਿਆ ਜਾਵੇ, ਖਤਮ ਕੀਤਾ ਜਾਵੇ। 32 ਸਾਲਾਂ ਤੋਂ ਸਿੱਖ ਜੇਲ੍ਹ ਦੇ ਵਿੱਚ ਡੱਕੇ ਹੋਏ ਹੈ। ਅੰਮ੍ਰਿਤਪਾਲ ਸਿੰਘ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦਾ ਸੀਗਾ, ਉਸ ਨੂੰ ਤੇ ਉਹਦੇ ਬੰਦਿਆਂ ਨੂੰ ਫੜ ਕੇ ਅਸਾਮ ਦੇ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਜਾ ਕੇ ਬੰਦ ਕਰਤਾ। 1 ਸਾਲ ਦੀ ਕੈਦ ਸੀਗੀ, ਪਰ ਜਦੋਂ 1 ਸਾਲ ਹੋ ਗਿਆ 1 ਸਾਲ ਹੋਰ ਵਧਾਤਾ। ਜੇ ਛੱਡ ਦਿੰਦੇ ਤਾਂ ਇਹ ਡਰਦੇ ਹੈ ਕਿ ਫਿਰ ਜਿਹੜੇ ਬਹੁ ਗਿਣਤੀ ਹਿੰਦੂ ਹੈ ਉਹ ਕਹੂਗਾ ਕਿ ਤੁਸੀਂ ਨਰਮੀ ਦਿਖਾਉਂਦੇ ਹੋ। ਇਹਨਾਂ ਨੂੰ ਪਹਿਲਾਂ ਛੱਡ ਕੇ ਜਿਹੜਾ ਰੱਖਿਆ ਵਜ਼ੀਰ ਹੈ ਰਾਮਨਾਥ ਸਿੰਘ, ਉਸ ਨੇ ਵੀ ਕਿਹਾ ਕਿ ਕੋਈ ਵੀ ਬੰਦਾ ਕਿਤੇ ਵੀ ਚਲਿਆ ਜਾਵੇ ਇੱਥੇ ਕੁਛ ਕਰਕੇ ਅਸੀਂ ਉਹਦੇ ਪਿੱਛੇ ਜਾਵਾਂਗੇ ਔਰ ਉਸ ਨੂੰ ਜਾਨੋਂ ਮਾਰ ਦਾਂਗੇ। ਜਿਹੜੇ ਸਿੱਖ ਆਜ਼ਾਦੀ ਮੰਗਦੇ ਆ ਉਹਨਾਂ ਨੂੰ ਇਹ ਦੁਸ਼ਮਣ ਸਮਝਣ ਲੱਗ ਪਏ ਆ। ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਇਹ ਧਰਮ ਨਿਰਪੱਖਤਾ ਦਾ ਮੁਲਕ ਹੈ, ਪਰ ਅੱਜ ਜਿਹੜਾ ਬੀਜੇਪੀ ਤੇ ਆਰਐਸਐਸ ਤੇ ਮੋਦੀ ਇਹਦੇ ਤੇ ਰਾਜ ਕਰ ਰਹੇ ਹੈ। ਜਿਹੜਾ ਹੁਣ ਇਲੈਕਸ਼ਨ ਆ ਰਿਹਾ ਉਹਦੇ ਤੇ ਇਹਨਾਂ ਨੇ ਧਾਰਮਿਕ ਮੁੱਦਾ ਬਣਾਇਆ। ਧਾਰਮਿਕ ਮੁੱਦਾ ਕੀ ਬਣਾਇਆ ਕਿ ਅਸੀਂ ਮੁਸਲਮਾਨਾਂ ਦੀ ਬਬਰੀ ਮਸਜਿਦ ਤਬਾਹ ਕਰਕੇ 1992 ਦੇ ਵਿੱਚ ਉਹਦੇ ਉੱਤੇ ਰਾਮ ਮੰਦਿਰ ਬਣਾਇਆ। ਹੁਣ ਰਾਮ ਮੰਦਿਰ ਬਣਾਉਣਾ ਕੋਈ ਮਾੜੀ ਗੱਲ ਨਹੀਂ, ਅਸੀਂ ਵੀ ਉਹਦੇ ਹੱਕ 'ਚ ਹੈ ਕਿ ਕੋਈ ਵੀ ਜਿਹੜਾ ਮਜ਼ਹਬ ਹੋਵੇ ਉਹ ਆਪਣਾ ਆਪਣਾ ਧਾਰਮਿਕ ਸਥਾਨ ਬਣਾ ਸਕਦਾ ਹੈਗਾ। ਪਰ ਜਿਹੜਾ ਮਸੀਤ ਨੂੰ ਖਤਮ ਕਰਕੇ ਉਹਦੇ ਤੇ ਰਾਮ ਮੰਦਿਰ ਬਣਾਉਣਾ ਤਾਂ ਫਿਰ ਫਖਰ ਕਰਨਾ ਕਿ ਅਸੀਂ ਮੁਸਲਮਾਨਾਂ ਦੀ ਮਸੀਤ ਢਾਹ ਕੇ ਉਸੇ ਸਥਾਨ ਦੇ ਉੱਤੇ ਹੁਣ ਮੰਦਿਰ ਬਣਾਇਆ। ਇਸ ਤਰ੍ਹਾਂ ਕਰਕੇ ਇਹਨਾਂ ਨੇ ਸਾਰਾ ਹਿੰਦੂ ਭਾਈਚਾਰਾ ਇਕੱਠਾ ਕਰ ਲਿਆ ਕਿ ਅਸੀਂ ਹੈ ਜਿਹੜੇ ਹਿੰਦੂ ਧਰਮ ਦੇ ਰੱਖਿਆਕਾਰ ਹੈਗੇ ਆ ਤੇ ਅਸੀਂ ਜੇ ਜਿੱਤ ਗਏ ਤੇ ਹਿੰਦੁਸਤਾਨ ਨੂੰ ਫਿਰ ਹਿੰਦੂ ਰਾਸ਼ਟਰ ਬਣਾਵਾਂਗੇ। ਜਿਵੇਂ ਪਾਕਿਸਤਾਨ ਹੈ ਉਹ ਇਸਲਾਮਿਕ ਮੁਲਕ ਹੈ, ਉੱਥੇ ਕੋਈ ਵੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਗੈਰ ਮੁਸਲਮਾਨ ਨਹੀਂ ਬਣ ਸਕਦਾ ਹੈਗਾ। ਇਸੇ ਤਰ੍ਹਾਂ ਇਹ ਚਾਹੁੰਦੇ ਹੈ ਕਿ ਇਲੈਕਸ਼ਨ ਜਿੱਤ ਕੇ ਜਿਹੜਾ ਸੰਵਿਧਾਨ ਹੈ ਇਸ ਨੂੰ ਤੋੜਿਆ ਜਾਵੇ, ਖਤਮ ਕੀਤਾ ਜਾਵੇ ਤੇ ਇੱਥੇ ਹਿੰਦੂ ਰਾਸ਼ਟਰ ਕਾਇਮ ਕੀਤਾ ਜਾਵੇ। ਇਹ ਸਾਰਾ ਕੁਝ ਸੰਵਿਧਾਨ ਦੇ ਖਿਲਾਫ ਹੈ, ਪਰ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਅਸੀਂ ਸਦੀਆਂ ਤੋਂ ਮੁਸਲਮਾਨਾਂ ਦੇ ਮਤਹਿਤ ਰਹੇ ਹਾਂ, ਪਰ ਅੱਜ ਜੇ ਸਾਡਾ ਰਾਜ ਆਇਆ ਅਸੀਂ ਸਾਰੀਆਂ ਘੱਟ ਗਿਣਤੀਆਂ ਨੂੰ ਥੱਲੇ ਰੱਖ ਕੇ ਅਸੀਂ ਆਪਣਾ ਹਿੰਦੂਤਵਾ ਦਾ ਰਾਜ ਇਸ ਧਰਤੀ ਦੇ ਉੱਤੇ ਅਜਮਾਉਣਾ ਹੈਗਾ। ਜਿੱਥੇ ਮੁਸਲਮਾਨਾਂ ਦੇ ਉੱਤੇ ਇੰਨਾ ਰੇਸ਼ਾ ਡਿੱਗਦਾ ਹੈ, ਜਿਵੇਂ ਕਸ਼ਮੀਰ ਦੇ ਵਿੱਚ ਰੋਜ਼ 4-5 ਕਸ਼ਮੀਰੀ ਮਾਰ ਦਿੰਦੇ ਹੈ,
ਉੱਥੇ ਕਾਨੂੰਨ ਇਹੋ ਜਿਹਾ ਹੈਗਾ ਕਿ ਫੌਜ ਕਿਸੇ ਨੂੰ ਵੀ ਤਸੀਹੇ ਦੇ ਸਕਦੀ ਹੈ, ਕਿਸੇ ਦੀ ਲੱਤ ਤੋੜ ਸਕਦੀ ਹੈ, ਕਿਸੇ ਨੂੰ ਜਾਨੋਂ ਮਾਰ ਸਕਦੀ ਹੈ, ਕਿਸੇ ਦੇ ਨਾਲ ਬਲਾਤਕਾਰ ਕਰ ਸਕਦੀ ਹੈ, ਪਰ ਉਹਦਾ ਕੇਸ ਅਦਾਲਤ ਦੇ ਵਿੱਚ ਨਹੀਂ ਹੋ ਸਕਦਾ। ਕਿਉਂ ਕਰਕੇ ਕਾਨੂੰਨ ਇਹ ਇਹੋ ਜਿਹਾ ਬਣਾਇਆ ਗਿਆ ਹੈ ਜਿਹੜਾ ਸੁਪਰੀਮ ਕੋਰਟ ਤੋੜ ਸਕਦੀ ਹੈ, ਪਰ ਸੁਪਰੀਮ ਕੋਰਟ ਵੀ ਹਕੂਮਤ ਦੇ ਨਾਲ ਰਲੀ ਹੋਈ ਹੈ, ਤਾਂ ਇਸ ਕਰਕੇ ਇਹੋ ਜਿਹਾ ਜਬਰ ਹੋ ਰਿਹਾ। ਹੁਣ ਸਾਡੇ 32 ਸਾਲਾਂ ਤੋਂ ਸਿੱਖ ਜੇਲ੍ਹ ਦੇ ਵਿੱਚ ਡੱਕੇ ਹੋਏ ਹੈ। ਅੰਮ੍ਰਿਤਪਾਲ ਸਿੰਘ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦਾ ਸੀਗਾ, ਉਸ ਨੂੰ ਤੇ ਉਹਦੇ ਬੰਦਿਆਂ ਨੂੰ ਫੜ ਕੇ ਅਸਾਮ ਦੇ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਜਾ ਕੇ ਬੰਦ ਕਰਤਾ। 1 ਸਾਲ ਦੀ ਕੈਦ ਸੀਗੀ, ਪਰ ਜਦੋਂ 1 ਸਾਲ ਹੋ ਗਿਆ 1 ਸਾਲ ਹੋਰ ਵਧਾਤਾ। ਇਹਦਾ ਮਤਲਬ ਕੀ ਹੈ ਕਿ ਜੇ ਅਸੀਂ ਅੰਮ੍ਰਿਤਪਾਲ ਤੇ ਉਹਦੇ ਬੰਦਿਆਂ ਨੂੰ ਛੱਡ ਦਿੰਦੇ, ਅਸੀਂ ਸਾਰੇ ਹਿੰਦੂ ਜਗਤ ਨੂੰ ਜਗਾ ਦਿੱਤਾ ਕਿ ਅਸੀਂ ਰਾਮ ਮੰਦਿਰ ਬਣਾਇਆ, ਮਸੀਤ ਤੋੜ ਕੇ ਮੁਸਲਮਾਨਾਂ ਦੀ। ਜੇ ਛੱਡ ਦਿੰਦੇ ਤਾਂ ਇਹ ਡਰਦੇ ਹੈ ਕਿ ਫਿਰ ਜਿਹੜੇ ਬਹੁ ਗਿਣਤੀ ਹਿੰਦੂ ਹੈ ਉਹ ਕਹੂਗਾ ਕਿ ਤੁਸੀਂ ਨਰਮੀ ਦਿਖਾਉਂਦੇ ਹੋ ਇਹਨਾਂ ਨੂੰ ਪਹਿਲਾਂ ਛੱਡ ਕੇ। ਫਿਰ ਹੁਣ ਨਵੀਂ ਪਾਲਿਸੀ ਤੈਅ ਕੀਤੀ ਹੈ। ਅੱਜ ਜਿਹੜਾ ਰੱਖਿਆ ਵਜ਼ੀਰ ਹੈ ਰਾਮਨਾਥ ਸਿੰਘ, ਉਸ ਨੇ ਵੀ ਕਿਹਾ ਕਿ ਕੋਈ ਵੀ ਬੰਦਾ ਕਿਤੇ ਵੀ ਚਲਿਆ ਜਾਵੇ ਇੱਥੇ ਕੁਛ ਕਰਕੇ ਅਸੀਂ ਉਹਦੇ ਪਿੱਛੇ ਜਾਵਾਂਗੇ ਔਰ ਉਸ ਨੂੰ ਜਾਨੋਂ ਮਾਰ ਦਾਂਗੇ। ਹੁਣ ਜਿਹੜੇ ਸਿੱਖ ਆਜ਼ਾਦੀ ਮੰਗਦੇ ਆ ਉਹਨਾਂ ਨੂੰ ਇਹ ਦੁਸ਼ਮਣ ਸਮਝਣ ਲੱਗ ਪਏ ਆ। ਤੇ ਕੈਨੇਡਾ ਦੇ ਵਿੱਚ ਇਹਨਾਂ ਨੇ 3 ਸਿਰ ਕੱਢਦੇ ਸਿੱਖ ਨਿੱਜਰ ਨੂੰ ਮਾਰਤਾ, ਇੱਕ ਮਲਕ ਨੂੰ ਮਾਰਤਾ, ਇੱਕ ਸੁਖਦੂਲ ਸਿੰਘ ਨੂੰ ਜਿਹੜਾ ਮੋਗੇ ਦਾ ਨੌਜਵਾਨ ਹੈ ਉੱਥੇ ਮਾਰ ਦਿੱਤਾ ਹੈਗਾ ਕੈਨੇਡਾ ਦੇ ਵਿੱਚ। ਤੇ ਬਰਤਾਨੀਆ ਦੇ ਵਿੱਚ ਇਹਨਾਂ ਨੇ ਫਿਰ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ। ਉਹ ਵੀ ਆਜ਼ਾਦੀ ਮੰਗਦਾ ਸੀ ਸਿੱਖਾਂ ਦੇ ਲਈ। ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਰੋਡੇ ਨੂੰ ਮਰਵਾਤਾ। ਅੱਜ ਇਹ ਖਬਰਾਂ ਦੱਸਦੀਆਂ ਕਿ ਇੰਡੀਆ ਦੇ ਦਸਤਿਆਂ ਨੇ ਪਰਮਜੀਤ ਸਿੰਘ ਪੰਜਵਾੜ ਨੂੰ ਪਾਕਿਸਤਾਨ ਦੇ ਵਿੱਚ ਮਾਰਿਆ। ਜੇ ਇਹ ਆਪ ਨਹੀਂ ਜਾ ਸਕਦੇ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਮਾਰਨ ਨੂੰ, ਇਹ ਉਸ ਮੁਲਕ ਦੇ ਬਦਮਾਸ਼ਾਂ ਨੂੰ ਪੈਸਾ ਦੇ ਕੇ ਉਹਨਾਂ ਨੂੰ ਕਹਿੰਦੇ ਹੈ ਕਿ ਤੁਸੀਂ ਫਲਾਣੇ ਨੂੰ ਖਾਤਮਾ ਕਰ ਦਿਓ। ਤੇ ਆਪਣੇ ਦੇਸ਼ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ, ਤੇ ਆਪਣੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ। ਕਿ ਇਹ ਸਾਰੇ ਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਆਜ਼ਾਦੀ ਮੰਗਣਗੇ ਤੇ ਮੰਗ ਰਹੇ ਹੈ। ਸੋ ਇਹ ਤਾਂ 32 ਸਾਲਾਂ ਦੇ ਸਿੱਖਾਂ ਨੂੰ ਨਹੀਂ ਛੱਡ ਰਹੇ। ਇਹਦੇ ਨਾਲ ਜਿਨ੍ਹਾਂ ਨੂੰ ਇਹਨਾਂ ਨੇ ਭੜਕਾਇਆ ਹੋਇਆ ਕਿ ਹਿੰਦੂ ਰਾਸ਼ਟਰ ਬਣਨਾ, ਉਹ ਨਾ ਕਿਤੇ ਕਮਜ਼ੋਰ ਹੋ ਜਾਣ ਕਿ ਇਹ ਤਾਂ ਸਿੱਖਾਂ ਨੂੰ ਵੀ ਛੱਡਣ ਲੱਗ ਪਏ ਆ। ਤੇ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਕਰਨੇ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਆਪਾਂ ਇਲੈਕਸ਼ਨਾਂ ਦੇ ਵਿੱਚ ਜਾ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਵੇਂ ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੱਥੇ ਇੰਡੀਆ, ਹਰਿਆਣਾ, ਪੰਜਾਬ ਦੇ ਵਿੱਚ ਸਿੱਖਾਂ ਨੂੰ ਮਰਵਾਇਆ ਗਿਆ। ਇਸੇ ਤਰ੍ਹਾਂ ਇਹ ਸਾਰੀ ਚੀਜ਼
ਮੈਂ ਪਾਰਲੀਮੈਂਟ ਦੇ ਵਿੱਚ ਬੋਲ ਕੇ ਕਹਿ ਦਿੱਤੀ ਹੈ। ਜਦੋਂ ਮੈਂ ਬੋਲਿਆ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਸਨਾਟਾ ਛਾ ਗਿਆ ਕਿ ਇਹ ਸਿਮਰਨਜੀਤ ਸਿੰਘ ਮਾਨ ਨੇ ਕੀ ਕੀਤਾ। ਮੇਰੇ ਬੋਲਣ ਤੋਂ ਬਾਅਦ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈ ਜਸਟਿਨ ਟਰੂਡੋ, ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਾਂ, ਇੰਡੀਆ ਦੇ ਏਜੰਸੀਆਂ ਦੇ ਬੰਦਿਆਂ ਨੇ ਸਾਡੇ ਬੰਦੇ ਸਿੱਖ ਜਿਹੜੇ ਇੱਥੋਂ ਦੇ ਸ਼ਹਿਰੀ ਸਿਟੀਜ਼ਨ ਬਣ ਗਏ ਸੀਗੇ, ਉਹਨਾਂ ਨੂੰ ਕਤਲ ਕੀਤਾ ਹੈਗਾ। ਸੋ ਭਾਈਓ ਬੀਬੀਓ, ਇਹੋ ਜਿਹੀ ਸਥਿਤੀ ਦੇ ਵਿੱਚ ਆਪਾਂ ਹੈਗੇ ਹਾਂ। ਤੇ 1947 ਤੋਂ ਬਾਅਦ ਆਪਾਂ ਨੇ ਗੁਲਾਮੀ ਕਬੂਲ ਕਰ ਲਈ ਹੈ। ਜਿਹੜੀ ਵੀ ਪਾਰਟੀ ਆਉਂਦੀ ਹੈ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਪਾਣੀਆਂ ਦਾ ਮਸਲਾ ਹੈਗਾ, ਸਾਡੇ ਪਾਣੀ ਰਾਜਸਥਾਨ ਹਰਿਆਣੇ ਨੂੰ ਜਾ ਰਹੀ ਹੈ, ਕਾਨੂੰਨ ਦਾ ਖਿਲਾਫ ਹੈ ਕਿ ਪਾਣੀ ਉਹ ਸਾਨੂੰ ਮੁਆਵਜ਼ਾ ਦੇਣਗੇ, ਪਰ ਕਹਿ ਦਿੰਦੇ ਹੈ ਪਰ ਕਰਦੇ ਕੱਖ ਨਹੀਂ ਹੈਗੇ। ਇਸੇ ਤਰ੍ਹਾਂ ਪਿਛਲੇ ਤੋਂ ਪਿਛਲੇ ਸਾਲ ਬਹੁਤ ਭਾਰੀ ਪ੍ਰੋਪੇਗੈਂਡਾ ਕੇਜਰੀਵਾਲ ਦੀ ਪਾਰਟੀ ਨੇ, ਆਮ ਪਾਰਟੀ ਨੇ ਕੀਤਾ ਕਿ ਅਸੀਂ ਬੀਬੀਆਂ ਦੇ ਲਈ ਇਹ ਕਰਾਂਗੇ, ਫਲਾਣੇ ਦੀ ਇਹ ਕਰਾਂਗੇ, ਫਲਾਣੇ ਦੀ ਇਹ ਕਰਾਂਗੇ। ਤੇ ਫਿਰ ਆਪਾਂ ਸਾਰਿਆਂ ਨੇ ਆਮ ਪਾਰਟੀ ਦੇ ਝਾੜੂ ਨੂੰ ਵੋਟਾਂ ਪਾਤੀਆਂ। ਹੁਣ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਹੱਥ ਦੇ ਵਿੱਚ ਤਾਂ ਕੁਝ ਹੈ ਨਹੀਂਗਾ, ਕਿਸੇ ਦੇ ਹੱਥ 'ਚ ਨਹੀਂ ਹੈ, ਸਾਰਾ ਕੁਝ ਦਿੱਲੀ ਦੇ ਵਿੱਚ ਹੈ। ਇਸ ਇਲਾਕੇ ਦੇ ਵਿੱਚ ਥੋੜ੍ਹੇ ਦਿਨ ਹੋਏ ਹੈ 21 ਗਰੀਬ ਆਦਮੀ ਜ਼ਹਿਰੀਲੀ ਸ਼ਰਾਬ ਪਿਆ ਕੇ ਜਾਨੋਂ ਮਰਵਾ ਦਿੱਤੇ ਆ। ਮੈਂ 21 ਘਰਾਂ ਦੇ ਵਿੱਚ ਸਾਰਿਆਂ 'ਚ ਜਾ ਕੇ ਆਇਆ। ਉਹਨਾਂ ਦੇ ਜਿਹੜੇ ਮਾਂ-ਬਾਪ ਹੈਗੇ ਆ ਬਿਰਧ ਹੈ, ਉਹ ਹੁਣ ਕੰਮ ਨਹੀਂ ਕਰ ਸਕਦੇ ਹੈਗੇ, ਪਰ ਜਿਹੜੇ ਮਰ ਗਏ ਹੈ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਉਹ ਜਵਾਨ ਨੇ। ਮੈਂ ਤੁਹਾਡਾ ਮੈਂਬਰ ਪਾਰਲੀਮੈਂਟ ਹੁੰਦਿਆਂ ਕਿਹਾ ਕਿ ਉਹ ਸਾਰੀਆਂ ਵਿਧਵਾਵਾਂ ਨੂੰ ਸਰਕਾਰੀ ਨੌਕਰੀ ਦਿਓ। ਛੋਟੇ ਛੋਟੇ ਬੱਚੇ ਹੈ, 3-3 ਮਹੀਨਿਆਂ ਦੇ, 1 ਸਾਲ ਦੇ, 6 ਸਾਲ ਦੇ ਹੋਣਗੇ। ਔਰ ਮੈਂ ਕਿਹਾ ਕਿ ਇਹਨਾਂ ਦੇ ਘਰ ਪੱਕੇ ਬਣਾ ਕੇ ਦਿਓ ਤੇ ਇਹਨਾਂ ਨੂੰ ਮੁਆਵਜ਼ਾ ਦਿਓ, ਜਿਹੜਾ ਬੈਂਕ ਦੇ ਵਿੱਚ ਜਮ੍ਹਾਂ ਹੋ ਜੇ ਪੈਸਾ, ਤੇ ਮਹੀਨੇ ਦੇ ਮਹੀਨੇ ਇਹਨਾਂ ਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਮਿਲਦਾ ਜਾਵੇ। MP ਤਾਂ ਮੈਂ ਜ਼ਰੂਰ ਹਾਂ, ਪਰ ਕਿਉਂ ਕਰਕੇ ਸਾਡੀ ਘੱਟ ਗਿਣਤੀ ਹੈ, ਇਸ ਕਰਕੇ ਮੈਨੂੰ ਨਹੀਂ ਪਤਾ ਕਿ ਮੇਰੀ ਗੱਲ ਮੰਨੀ ਜਾਊਗੀ ਕਿ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਐਵੇਂ ਫਜ਼ੂਲ ਹੈ, ਫਜ਼ੂਲ ਨਹੀਂ ਹੈ। ਮੈਂ ਕੰਮ ਕਰਦਾ, ਗੱਲ ਨੂੰ ਅੱਗੇ ਵਧਾਉਂਦਾ, ਤੁਹਾਡੇ ਅੱਗੇ ਲੈ ਕੇ ਆਉਂਦਾ ਕਿ ਸਾਡੇ ਕੀ ਔਖਤਾਂ ਹੈਗੀਆਂ। ਜਿਵੇਂ ਹੁਣ ਗਰੀਬਾਂ ਦੀ ਮੈਂ ਗੱਲ ਕੀਤੀ ਹੈ, ਇਸੇ ਤਰ੍ਹਾਂ ਕਿਸਾਨਾਂ ਦੀ ਗੱਲ ਕਰਦਾ ਕਿ ਕਿਸਾਨਾਂ ਦੇ ਨਾਲ ਜਦੋਂ ਪਿੱਛੇ ਉਹਨਾਂ ਨੇ ਆਪਣਾ ਮੋਰਚਾ ਤੋੜਿਆ, ਸੈਂਟਰ BJP ਮੋਦੀ ਨੇ ਵਾਅਦੇ ਕੀਤੇ ਸੀਗੇ ਕਿ ਜਿਹੜੇ ਮਸਲੇ ਉਹਨਾਂ ਦੇ ਹੈਗੇ ਆ ਉਹ ਹੱਲ ਕਰਾਂਗੇ। ਇੱਕ ਮਸਲਾ ਸੀਗਾ ਕਿ ਜਿਹੜਾ MSP ਹੈ ਇਸ ਨੂੰ ਕਾਨੂੰਨੀ ਜਮ੍ਹਾਂ ਪਾਵਾਂਗੇ। ਦੂਸਰਾ ਸੀ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਇਹ ਮਾਫ ਕਰ ਦੇਵਾਂਗੇ। ਤੀਜਾ ਸੀਗਾ ਕਿ ਉਹ ਇੱਕ ਬੜਾ ਤਕੜਾ ਸਾਇੰਸਦਾਨ ਸੀ, ਉਹਦੀ ਰਿਪੋਰਟ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਬਹੁਤ ਲਾਭ ਹੋਊਗਾ। ਉਹਨਾਂ ਦੇ ਵਿੱਚੋਂ ਕੁਛ ਨਹੀਂ ਕੀਤਾ। ਇਸ ਕਰਕੇ ਕਿਸਾਨ ਫੇਰ ਬਾਰਡਰਾਂ ਦੇ ਉੱਤੇ ਪਹੁੰਚ ਗਏ। ਬਾਰਡਰਾਂ ਦੇ ਉੱਤੇ ਪਹੁੰਚ ਗਏ। ਇਹ ਆਜ਼ਾਦੀ ਹੈ ਕਿ ਅਮਨ ਪਸੰਦ ਤਰੀਕੇ ਦੇ ਨਾਲ
ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਜੇ ਆਪਾਂ ਕੋਈ ਗੋਲੀਬਾਰੀ ਨਾ ਚਲਾਈਏ। ਅਮਨ ਪਸੰਦ ਤਰੀਕੇ ਦੇ ਨਾਲ ਉਹ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀਗੇ ਅਤੇ ਉੱਥੇ ਬੈਠ ਕੇ ਆਪਣੇ ਹੱਕ ਪਗਾਉਣਾ ਚਾਹੁੰਦੇ ਸੀਗੇ, ਪਰ ਸ਼ੰਭੂ ਤੇ ਥੱਲੇ ਇੱਧਰ ਪਟਿਆਲੇ ਦੇ ਬਾਰਡਰ ਦੇ ਉੱਤੇ ਉਹਨਾਂ ਦੇ ਉੱਤੇ ਹਰਿਆਣੇ ਦੀ ਸਰਕਾਰ ਬੀਜੇਪੀ ਉੱਤੇ ਵੀ ਬੀਜੇਪੀ ਪੁਲਿਸ ਨੇ ਗੋਲੀ ਚਲਾਈ ਔਰ ਅਥਰੂ ਗੈਸ ਦੇ ਵਿੱਚ ਜ਼ਹਿਰੀਲੀ ਕੋਈ ਦਵਾਈ ਪਾ ਕੇ ਉਹਨਾਂ ਦੇ ਉੱਤੇ ਛੱਡੀ, ਜਿਹਦੇ ਨਾਲ ਕਈ ਬੇਹੋਸ਼ ਹੋ ਗਏ ਅਤੇ ਉਹਨਾਂ ਨੂੰ ਇਹੋ ਜਿਹੀਆਂ ਗੋਲੀਆਂ ਮਾਰੀਆਂ ਜਿਹੜੀਆਂ ਕਿ ਜਿਵੇਂ ਕੋਈ ਬਿਮਾਰੀ ਹੋ ਜਾਂਦੀ ਹੈ। ਉਹਨਾਂ ਦੀਆਂ ਮੈਂ ਛਾਤੀਆਂ ਦੇਖੀਆਂ ਰਜਿੰਦਰਾ ਹੌਸਪੀਟਲ ਦੇ ਵਿੱਚ, ਅਤੇ ਇਹ ਦਾਗ ਛੋਟੇ ਛੋਟੇ ਐ ਪਏ ਹੋਏ ਸੀ, ਕਾਲੇ ਕਾਲੇ, ਸਾਰੀਆਂ ਛਾਤੀਆਂ ਦੇ ਉੱਤੇ ਕੱਪੜਿਆਂ ਦੇ ਵਿੱਚੋਂ ਨਿਕਲੇ ਗਏ ਸੀਗੇ, ਅਤੇ ਇੱਕ ਉਹਨਾਂ ਦੇ ਵਿੱਚੋਂ ਪੂਰਾ ਹੋ ਗਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਮੈਂ ਦੇਖੀਆਂ ਕਿ ਜੇ ਸੈਂਟਰ ਜਿਹੜੀ ਹਿੰਦੁੱਤਵਾਦੀ ਤਾਕਤ ਹੈ, ਜੇ ਸਾਡੇ ਨਾਲ ਵਾਅਦਾ ਕਰਦੀ ਹੈ, ਜੇ ਵਾਅਦੇ ਨਹੀਂ ਪੂਰੇ ਕਰਦੀ, ਤਾਂ ਫਿਰ ਜੇ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣੇ ਦੁੱਖ ਨੂੰ ਪ੍ਰਗਟ ਕਰੀਏ ਤਾਂ ਫਿਰ ਉਹਦੇ ਉੱਤੇ ਜ਼ਬਰ ਕਰਨਾ ਮੈਂ ਸਮਝਦਾ ਜ਼ੁਲਮ ਹੈ। ਅਤੇ ਇਹੋ ਜਿਹੇ ਰਾਜ ਦੇ ਖਿਲਾਫ ਆਪਾਂ ਨੂੰ ਤਕੜੇ ਹੋ ਕੇ ਖੜ੍ਹ ਜਾਣਾ ਚਾਹੀਦਾ ਕਿ ਜਿਹੜੇ ਗਰੀਬਾਂ ਨੂੰ ਅਤੇ ਕਿਸਾਨਾਂ ਨੂੰ ਇਹ ਇਸ ਤਰ੍ਹਾਂ ਦੀ ਗੱਲ ਕਰਦੇ ਹੈ। ਹੁਣ ਚੁੱਪ ਕਰਕੇ ਆਪਾਂ ਗੁਲਾਮ ਹੈ। ਮੈਂ ਸ਼ੁਰੂ ਤੋਂ ਕਹਿੰਦਾ ਕਿ ਜਿਹੜਾ ਬਾਰਡਰ ਹੈ ਪਾਕਿਸਤਾਨ ਦਾ ਵਾਹਗਾ, ਉਸ ਨੂੰ ਖੋਲ੍ਹੋ। ਉਹ ਖੋਲ੍ਹਣ ਦੇ ਉੱਤੇ ਤੁਹਾਡੀਆਂ ਜਿਹੜੀਆਂ ਜਿਨਸਾਂ ਇਹਨਾਂ ਦੇ ਭਾਅ ਬਹੁਤ ਵੱਧ ਜਾਣਗੇ। ਚੁੱਪ ਕਰਕੇ ਪਾਕਿਸਤਾਨ ਦੇ ਵਿੱਚ ਤੋਟ ਆਈ ਹੋਈ ਹੈ ਕਣਕ ਦੀ, ਅਤੇ ਪਾਕਿਸਤਾਨ ਆਪਣੀ ਕਣਕ ਰੂਸ ਤੋਂ ਮੰਗਾਉਂਦਾ, ਅਤੇ ਸਾਡੀ ਵੱਟ ਦੇ ਨਾਲ ਵੱਟ ਲੱਗੀ ਹੋਈ ਹੈ ਪਾਕਿਸਤਾਨ ਦੇ। ਅਸੀਂ ਤਾਂ ਫੜ ਕੇ ਜੇ ਬੋਰੀ ਇੱਧਰ ਸਿੱਟ ਦਈਏ ਤਾਂ ਪਾਕਿਸਤਾਨ ਚਲੀ ਜੂਗੀ, ਰੂਸ ਤੋਂ ਇੰਨੀ ਦੂਰੋਂ ਸਮੁੰਦਰ ਦੇ ਰਾਹੀਂ ਆਊਗੀ, ਫਿਰ ਕਰਾਚੀ ਆਊਗੀ, ਫਿਰ ਲਾਹੌਰ ਆਊਗੀ, ਫਿਰ ਪੰਜਾਬ 'ਚ ਆਊਗੀ। ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖ ਕੌਮ ਜੇ ਸਿਖਾਲੀ ਹੋਵੇ, ਜੇ ਬਾਰਡਰ ਖੁੱਲ੍ਹਣ, 45 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ ਆ। ਹੁਣ ਸਾਡਾ ਕਿੱਤਾ ਜਾਂ ਤਾਂ ਕਿਸਾਨੀ ਹੈ, ਜਾਂ ਖੇਤ ਮਜ਼ਦੂਰੀ ਹੈ, ਜਾਂ ਟਰਾਂਸਪੋਰਟ ਹੈ। ਜੇ ਬਾਰਡਰ ਖੁੱਲ੍ਹਦੇ ਹੈ, ਸਾਡੇ ਨੌਜਵਾਨ ਟਰਾਂਸਪੋਰਟ ਟਰੱਕਾਂ ਦੇ ਵਿੱਚ ਲੱਗਣਗੇ, ਕਮਾਉਣਗੇ, ਬਾਹਰ ਦੇ ਮੁਲਕਾਂ ਦੇ ਵਿੱਚ ਵਪਾਰ ਲੈ ਕੇ ਜਾਣਗੇ। ਹੁਣ ਜਿਹੜੀ ਬਾਸਮਤੀ ਹੈ, ਇਹਦਾ ਭਾਅ ਮੇਰਾ ਖਿਆਲ 3,500 ਰੁਪਈਆ ਹੈਗਾ। 3,500 3.5-4 ਹੈਗਾ। ਅੱਛਾ, ਜੇ ਬਾਸਮਤੀ ਸਾਡੀ ਬਾਰਡਰ ਟੱਪ ਕੇ ਪਾਕਿਸਤਾਨ ਦੀ ਇਰਾਨ 'ਚ ਚਲੀ ਜਾਵੇ, ਉੱਥੇ ਇਹਦਾ ਮੁੱਲ 16,000 ਰੁਪਈਆ ਕੁਇੰਟਲ ਹੈ। ਅਸੀਂ ਤਾਂ ਮੰਨ ਲਓ ਮਾਲ ਹੋ ਜਾਈਏ, ਪਰ ਕਿਉਂ ਕਰਕੇ ਅਸੀਂ ਗੁਲਾਮ ਹੈ, ਕਿਸੇ ਦੇ ਹੇਠ ਆਪਾਂ ਲੱਗੇ ਹੋਏ ਹਾਂ, ਅਤੇ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੋਲ੍ਹਦੇ। ਆਪਣੇ ਇਹਨਾਂ ਦੇ ਬਾਰਡਰ ਖੁੱਲ੍ਹੇ ਹੋਏ ਹੈ, ਜੋ ਮਰਜ਼ੀ ਹੈ ਭੇਜੀ ਜਾਣ। ਅੰਬ ਭੇਜਦੇ ਹੈ, ਟਮਾਟਰ ਭੇਜਦੇ ਆ, ਪਿਆਜ਼ ਭੇਜਦੇ ਆ ਬੰਬੇ ਦੇ ਰਾਹੀਂ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਇਹ ਇਲੈਕਸ਼ਨਸ ਆ ਰਹੇ ਹੈ। ਇਸੇ ਕਰਕੇ ਮੈਂ ਪਿੰਡ ਪਿੰਡ ਜਾ ਰਿਹਾ ਤੁਹਾਨੂੰ ਦੱਸਣ ਨੂੰ ਕਿ ਅੱਜ ਸਾਡੀ ਕੌਮ ਦੀ, ਪੰਜਾਬ ਦੀ ਸਥਿਤੀ ਕਿਹੋ ਜਿਹੀ ਹੈ। ਹੁਣ ਕਰਜ਼ੇ ਦੀ ਗੱਲ ਕਰੀਏ, ਜਿੰਨੇ ਵੀ ਪਾਰਲੀਮੈਂਟ ਦੇ ਵਿੱਚ MP ਬਣਦੇ ਹੈ, ਉਹ ਪੇਂਡੂ ਇਲਾਕਿਆਂ ਤੋਂ ਬਣਦੇ ਹੈ, ਸ਼ਹਿਰ ਦੇ ਇਲਾਕਿਆਂ ਤੋਂ ਥੋੜ੍ਹੇ ਜਾਂਦੇ ਹੈ। ਪਰ ਸਾਰੇ ਜਦੋਂ ਦਿੱਲੀ ਪਹੁੰਚਦੇ ਹੈ, ਵੱਡੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਖਰੀਦ ਲੈਂਦੀਆਂ, ਜਿਹਦਾ ਮਤਲਬ ਹੈ ਕਿ ਉਹ ਫਿਰ MP ਉਹੀ ਕੁਛ ਕਰਦੇ ਹੈ
ਜੋ ਸਰਮਾਏਦਾਰ ਜਿਨ੍ਹਾਂ ਨੇ ਖਰੀਦੇ ਹੁੰਦੇ ਹੈ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਵੋਟ ਪਾਉਣੀ ਹੈ। ਹੁਣ ਜਿੰਨੇ ਵੀ ਵੱਡੇ ਵੱਡੇ ਸਰਮਾਏਦਾਰ ਹੈ ਸਰ ਸਾਹਿਬ ਜੀ, ਉਹਨਾਂ ਦੇ ਵੱਡੇ ਵੱਡੇ ਕਰਜ਼ੇ ਕਰੋੜਾਂ ਅਰਬਾਂ ਦੇ ਉਹ ਸਾਰੇ ਮਾਫ ਕਰਤੇ ਆ, ਤੇ ਆਪਣੇ ਕਿਸਾਨਾਂ ਦੇ ਤਾਂ ਕਰਜ਼ੇ ਬਹੁਤ ਥੋੜੇ ਹੈ। ਕਿਸਾਨਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਕਰਦੇ? ਇਹ ਕਰ ਸਕਦੇ ਹੈ ਜੇ ਆਪਾਂ ਤਾਕਤ ਦੇ ਵਿੱਚ ਹੋਈਏ, ਸਾਡੇ ਵਿੱਚ ਏਕਤਾ ਹੋਵੇ, ਅਸੀਂ ਆਜ਼ਾਦੀ ਦੇ ਲਈ ਲੜੀਏ ਕਿ ਅਸੀਂ ਹਿੰਦੂਤਵਾ ਦੇ ਮਤਹਿਤ ਨਹੀਂ ਰਹਿ ਸਕਦੇ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ। 1947 ਦੇ ਵਿੱਚ ਪਾਕਿਸਤਾਨ ਬਣਿਆ, ਹਿੰਦੁਸਤਾਨ ਬਣਿਆ। ਜਦੋਂ ਪੰਜਾਬ ਇਕੱਠਾ ਸੀਗਾ, ਜਿਹੜਾ ਪੰਜਾਬ ਪਾਕਿਸਤਾਨ 'ਚ ਹੈ, ਇੱਥੇ ਹੈ, ਉਦੋਂ ਸਾਡੇ ਖੇਤੀਬਾੜੀ ਦੇ ਵਜ਼ੀਰ ਚੌਧਰੀ ਛੋਟੂ ਰਾਮ ਹੁੰਦੇ ਸੀਗੇ। ਉਹਨਾਂ ਨੇ ਕਿਸਾਨਾਂ ਦੇ ਜਿੰਨੇ ਵੀ ਕਰਜ਼ੇ ਸੀਗੇ ਪਾੜ ਕੇ ਫੂਕਤੇ, ਜਿਹਦੇ ਨਾਲ ਕੋਈ ਵੀ ਕਿਸਾਨ ਕਰਜ਼ਈ ਨਹੀਂ ਰਿਹਾ। ਇਹਦੇ ਨਾਲ ਇੰਨੀ ਤਰੱਕੀ ਹੋਈ ਕਿਸਾਨਾਂ ਦੀ, ਉਹਨਾਂ ਨੇ ਆਪਣੀਆਂ ਜਿਨਸਾਂ ਵਧਾਈਆਂ, ਉਹਨਾਂ ਨੇ ਆਪਣੀਆਂ ਜ਼ਮੀਨਾਂ ਵਧਾਈਆਂ, ਉਹਨਾਂ ਨੇ ਬਹੁਤ ਜ਼ਿਆਦਾ ਹਰਿਆਵਲ ਲੈ ਕੇ ਆਂਦੀ ਕਿ ਸਾਡੇ ਕਰਜ਼ੇ ਖਤਮ ਹੈ, ਸਾਡੇ ਪਿੱਛੇ ਕੋਈ ਬੋਝ ਨਹੀਂ ਹੈ, ਤੇ ਉਹਨਾਂ ਨੇ ਮਿਹਨਤ ਕਰਕੇ ਬਹੁਤ ਕੁਛ ਅੱਗੇ ਚਲੇ ਗਏ। ਪਰ ਜੇ ਸਰਮਾਏਦਾਰਾਂ ਦੀ ਕਰਜ਼ੇ ਮਾਫ ਕਰਨੇ ਹੈ, ਫਿਰ ਸਾਡੇ ਕਿਸਾਨਾਂ ਦੇ ਕਿਉਂ ਨਹੀਂ ਕਰ ਸਕਦੇ ਹੈਗੇ? ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਰਨੀਆਂ ਪੈਂਦੀਆਂ, ਤੁਹਾਨੂੰ ਦੱਸਣਾ ਪੈਂਦਾ। ਤੇ ਪਾਰਲੀਮੈਂਟ ਦੇ ਵਿੱਚ ਵੀ ਮੈਂ ਬੋਲਦਾ, ਬੇਸ਼ੱਕ ਕੁਛ ਹੋ ਜੇ, ਬੋਲਣ ਤਾਂ ਮੈਨੂੰ ਨਹੀਂ ਦਿੰਦੇ, ਪਰ ਤਾਂ ਵੀ ਮੈਂ ਅੜਿਆ ਰਹਿੰਦਾ। ਮੈਂ ਕਿਹਾ ਬੋਲੂੰਗਾ ਮੈਂ ਜ਼ਰੂਰ। ਮੈਂ ਇਕੱਲਾ ਸਿੱਖਾਂ ਦਾ MP ਹਾਂ, ਦੂਜੇ ਤਾਂ ਇੱਥੇ ਨੁਮਾਇੰਦਗੀ ਨਹੀਂ ਕਰਦੇ। ਦੂਜੇ ਤਾਂ ਕਾਂਗਰਸ ਵਿੱਚੋਂ ਆਏ ਹੈ, ਕੋਈ BJP 'ਚੋਂ ਆਇਆ ਹੈ, ਕੋਈ ਆਮ ਆਦਮੀ ਪਾਰਟੀ 'ਚੋਂ ਆਇਆ ਹੈ। ਸਿੱਖਾਂ ਦੇ ਵਿੱਚੋਂ ਤਾਂ ਇੱਕੋ ਹੀ MP ਹੈ ਜਿਹੜਾ ਮੈਂ, ਤੇ ਮੈਂ ਹੀ ਬੋਲੂੰਗਾ। ਇਹ ਕਿਵੇਂ ਬੋਲ ਸਕਦੇ ਆ ਜਦੋਂ ਇਹ ਤਾਂ ਕਾਂਗਰਸ ਦੇ ਥੱਲੇ ਹੈ, ਆਮ ਪਾਰਟੀ ਦੇ? ਉਹਨਾਂ ਦੀ ਤਾਂ ਪਾਲਿਸੀ ਹੈ ਨਹੀਂ ਕਿ ਇਹ ਚੀਜ਼ਾਂ ਕਰੋ ਪਾਰਲੀਮੈਂਟ ਦੇ ਵਿੱਚ। ਸੋ ਇਹ ਸਾਰੀ ਗੰਭੀਰਤਾ ਦੇ ਨਾਲ ਆਪਾਂ ਨੂੰ ਸੋਚਣਾ ਪੈਣਾ ਹੈ।